ਮਨਦੀਪ ਕੌਰ ਹੋਰਾਂ ਨੇ ਬੜੇ ਬਰੀਫ ਜਿਹੇ ਸ਼ਬਦਾਂ 'ਚ ਆਪਣਾ ਵਿਜ਼ਨ ਜਿਹੜਾ ਸੀ ਉਹ ਸਪੈਲ ਆਊਟ ਕੀਤਾ ਤੇ ਮੇਰੇ ਮਨ 'ਚ ਇਹ ਇੱਕ ਹਸਰਤ ਪੈਦਾ ਹੋਈ ਕਿ ਇੱਕ ਤੇ ਤਾਂਗਰਾ ਵਿਜ਼ਿਟ ਕਰਨਾ ਚਾਹੀਦਾ, ਇੱਕ ਇਹ ਜੋ ਕੁਝ ਉੱਥੇ ਹੋ ਰਿਹਾ ਉਹ ਆਪਣੀ ਅੱਖੀਂ ਵੇਖਣਾ ਚਾਹੀਦਾ। ਇਹ ਜਿਹੜਾ ਮਨਦੀਪ ਕੌਰ ਹੋਰਾਂ ਦਾ ਬਿਜ਼ਨਸ ਮਾਡਲ ਹੈਗਾ, ਇਹਨੂੰ ਸ਼ੋਕੇਸ ਕਰਨ ਦੀ ਜ਼ਰੂਰਤ ਹੈ। ਸਾਡਾ ਸਾਰਾ ਯੂਥ ਪੰਜਾਬ ਦਾ ਬਾਹਰ ਜਾ ਰਿਹਾ ਹੈ ਤੇ ਕਾਲਜ ਸਾਡੇ ਖਾਲੀ ਪਏ ਨੇ, ਆਈਲੈਟਸ ਦੇ ਜਿਹੜੇ ਆਊਟਲੈਟਸ ਨੇ ਉਹ ਓਵਰ ਕਰਾਊਡਡ ਨੇ। ਮੈਨੂੰ ਡਰ ਲੱਗ ਰਿਹਾ ਕਿ ਇੱਕ ਦਿਨ ਐਸਾ ਆਏਗਾ ਕਿ ਜੇ ਜਿਸ ਤਰ੍ਹਾਂ ਦਾ ਐਕਸੋਡਸ ਬੱਚਿਆਂ ਦਾ ਯੂਥ ਦਾ ਬਾਹਰ ਹੋ ਰਿਹਾ ਹੈ ਤੇ ਪੰਜਾਬ ਜਿਹੜਾ ਹੈਗਾ ਇਹ ਇੱਕ ਬੁੱਢਿਆਂ ਦਾ ਸੂਬਾ ਰਹਿ ਜਾਏਗਾ। ਯੂਥ ਨੂੰ ਇੱਕ ਸੁਨੇਹਾ ਦੇਣ ਦੀ ਲੋੜ ਹੈ ਕਿ ਡੋਂਟ ਡਿਜ਼ਰਟ ਪੰਜਾਬ, ਇੱਥੇ ਸਾਰਾ ਕੁਝ ਹੈਗਾ। ਇਹ ਵੱਡਾ ਕੰਮ ਸੋਹਣਾ ਕੀਤਾ ਮਨਦੀਪ ਹੋਰਾਂ ਨੇ ਕਿ ਉਹਨਾਂ ਨੇ MBA ਕੀਤੀ, ਦੈਨ ਸ਼ੀ ਟੌਪਡ ਇਨ ਦ ਯੂਨੀਵਰਸਿਟੀ, ਫਿਰ ਆਪਣਾ ਪ੍ਰੋਫੈਸ਼ਨ ਚੁਣਿਆ, ਕੰਮ ਚੁਣਿਆ, ਫਿਰ ਇਹ ਸੋਚਿਆ ਕਿ ਨਹੀਂ ਇੱਥੇ ਹੀ ਰਹਿਣਾ, ਇੱਥੇ ਕਰਨਾ। MBA ਵਾਲਿਆਂ ਲਈ ਤਾਂ ਬੜੀਆਂ ਓਪਨਿੰਗਸ ਹੈਗੀਆਂ ਨੇ, ਠੀਕ ਹੈ, ਦੂਜੀਆਂ ਕੰਪਨੀਆਂ 'ਚ ਵੀ ਬੜੀਆਂ ਉਹਨੇ ਕਿਹਾ ਨਹੀਂ ਆਪਣਾ ਕੰਮ ਕਰਨਾ, ਆਪਣੀ ਜਗ੍ਹਾ 'ਤੇ ਕਰਨਾ, ਆਪਣੇ ਲੋਕਾਂ 'ਚ ਰਹਿ ਕੇ ਕਰਨਾ, ਆਪਣੇ ਪਰਿਵਾਰ 'ਚ ਰਹਿ ਕੇ ਕਰਨਾ। ਅਤੇ ਉਹਦੇ 'ਚੋਂ ਉਸ ਨਿਸ਼ਠਾ ਦੇ ਵਿੱਚੋਂ ਇਹ ਇੱਕ ਬਿਜ਼ਨਸ ਮਾਡਲ ਓਰੀਜਨਲ, ਜਿਹਨੂੰ ਆਪਾਂ ਮੌਲਿਕ ਬਿਜ਼ਨਸ ਮਾਡਲ, ਉਹ ਸਾਡੇ ਸਾਹਮਣੇ ਆਇਆ। ਇਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਸ ਪੱਧਰ ਤੇ ਸਰਕਾਰਾਂ ਕਿਉਂ ਨਹੀਂ ਆ ਸਕੀਆਂ? ਜਿਹੜੇ ਲੋਕ ਰਾਜਨੀਤੀ ਕਰਦੇ ਨੇ ਉਹ ਪਾਵਰ ਪੋਲਿਟਿਕਸ ਕਰਦੇ ਨੇ। ਜਿਹੜਾ ਪੋਲੀਟੀਸ਼ੀਅਨ ਆ ਉਹ ਆਪਣੇ ਲਈ ਸੋਚੇਗਾ, ਆਪਣੇ ਪਰਿਵਾਰ ਲਈ, ਆਪਣੇ ਲਈ ਉਹਦਾ ਜਿਹੜਾ ਵਿਜ਼ਨ ਹੈ ਉੱਥੋਂ ਤੱਕ ਸੀਮਿਤ ਹੋਏਗਾ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਖਾਸ ਤੌਰ ਤੇ ਅੱਜ ਟਾਂਗਰਾ ਪਿੰਡ ਪਹੁੰਚੇ ਨੇ, ਜਿੱਥੇ ਮਨਦੀਪ ਕੌਰ ਟਾਂਗਰਾ ਵੱਲੋਂ ਆਪਣੀ IT ਕੰਪਨੀ ਚਲਾਈ ਜਾ ਰਹੀ ਹੈ। ਸੋ ਇਸ ਕੰਪਨੀ ਨੂੰ ਦੇਖਣ ਦੇ ਲਈ ਤੇ ਮਨਦੀਪ ਕੌਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ। ਕਿਸ ਤਰ੍ਹਾਂ ਦਾ ਮਹਿਸੂਸ ਹੋਇਆ, ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਵੀਰ ਦਵਿੰਦਰ ਜੀ। ਪਹਿਲਾਂ ਤਾਂ ਮੈਂ ਪੁੱਛੂੰਗਾ, ਕਾਰਨ ਕੀ ਸੀ ਵੀ ਤੁਸੀਂ ਖਾਸ ਤੌਰ ਤੇ ਇੱਥੇ ਚੱਲ ਕੇ ਆਏ ਹੋ? ਦੇਖੋ, ਸੱਚ ਪੁੱਛੋ ਤਾਂ ਕਾਰਨ ਇਹ ਸੀ ਕਿ ਪਿਛਲੇ ਦਿਨੀ ਮੈਂ ਇੱਕ ਮਨਦੀਪ ਕੌਰ ਟਾਂਗਰਾ ਹੋਰਾਂ ਦੀ ਬਰੀਫ ਜਿਹੀ ਇੰਟਰਵਿਊ ਸੁਣੀ ਸੀ, ਜਿਹੜੀ ਬਾਬੂਸ਼ਾਹੀ ਦੇ ਪੱਤਰਕਾਰ ਹਾਂਜੀ ਹਰਸ਼ ਸ਼ਬਾਬ ਨੇ ਕੀਤੀ ਸੀ। ਔਰ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਬਹੁਤ ਇਹ ਪੜ੍ਹਿਆ ਸੀ ਕਿ ਇਸ ਤਰ੍ਹਾਂ ਦੀ ਇੱਕ ਰੂਰਲ ਖੇਤਰ 'ਚ ਇੱਕ ਲੜਕੀ IT ਸੈਕਟਰ 'ਚ ਕੰਮ ਕਰ ਰਹੀ ਹੈ ਅਤੇ ਬੜਾ ਅੱਛਾ ਬਿਜ਼ਨਸ ਮਾਡਲ ਉਹਨਾਂ ਨੇ ਦਿੱਤਾ ਹੈਗਾ। ਫਿਰ ਮੈਨੂੰ ਐਗਜ਼ੈਕਟ ਨਾ ਤਾਂ ਲੋਕੇਸ਼ਨ ਦਾ ਕੋਈ ਆਈਡੀਆ ਸੀ, ਨਾ ਇਹ ਪਤਾ ਸੀ ਕਿ ਕੰਮ ਕਿੱਥੇ ਹੋ ਰਿਹਾ। ਮੇਰੇ ਮਨ 'ਚ ਇਹ ਹਸਰਤ ਜ਼ਰੂਰ ਸੀ ਕਿ ਇਹ ਪਤਾ ਕਰਨਾ ਅਤੇ ਇੱਕ ਵਾਰੀ ਜਾ ਕੇ ਦੇਖ ਕੇ ਵੀ ਆਉਣਾ। ਲੇਕਿਨ ਜਿਸ ਵੇਲੇ ਮੇਰੇ ਕੋਲ ਬਾਬੂਸ਼ਾਹੀ ਦੀ ਉਹ ਵੀਡੀਓ ਆਈ, ਉਸ ਦੇ ਵਿੱਚ ਕਾਫੀ ਤਫਸੀਲ ਪਤਾ ਲੱਗਿਆ ਔਰ ਮਨਦੀਪ ਕੌਰ ਹੋਰਾਂ ਨੇ ਬੜੇ ਬਰੀਫ ਜਿਹੇ ਸ਼ਬਦਾਂ 'ਚ ਆਪਣਾ ਵਿਜ਼ਨ ਜਿਹੜਾ ਸੀ ਉਹ ਸਪੈਲ ਆਊਟ ਕੀਤਾ, ਵਿਚ ਵਾਜ਼ ਕੁਆਇਟ ਕੈਚੀ ਐਂਡ ਫਿਊ ਥਿੰਗਸ ਕੌਟ ਮਾਈ ਇਮੈਜੀਨੇਸ਼ਨ ਆਲਸੋ। ਅਤੇ ਮੇਰੇ ਮਨ 'ਚ ਇਹ ਇੱਕ ਹਸਰਤ ਪੈਦਾ ਹੋਈ ਕਿ ਇੱਕ ਤੇ ਤਾਂਗਰਾ ਵਿਜ਼ਿਟ ਕਰਨਾ ਚਾਹੀਦਾ, ਇੱਕ ਇਹ ਜੋ ਕੁਝ ਉੱਥੇ ਹੋ ਰਿਹਾ ਉਹ ਆਪਣੀ ਅੱਖੀਂ ਵੇਖਣਾ ਚਾਹੀਦਾ, ਇੱਕ ਮਨਦੀਪ ਕੌਰ ਨੂੰ ਨਿੱਜੀ ਤੌਰ 'ਤੇ ਮਿਲ ਕੇ ਉਹਨਾਂ ਦਾ ਸਾਰਾ ਵਿਜ਼ਨ, ਪਰਸਪੈਕਟਿਵ, ਬਿਜ਼ਨਸ ਮਾਡਲ, ਫਿਊਚਰ ਪਲੈਨਸ ਕੀ ਨੇ, ਕੀ ਉਹਨਾਂ ਨੂੰ ਕੋਈ ਔਕੜਾਂ ਵੀ ਜਾਂ ਦੁਸ਼ਵਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ ਇੱਥੋਂ ਤੱਕ ਪਹੁੰਚਣ ਲਈ, ਇਹ ਸਾਰਾ ਜਿਹੜਾ ਸਫ਼ਰ ਸੀ ਉਹਨਾਂ ਦਾ ਉਹ ਮੈਂ ਬਰੀਕੀ ਨਾਲ ਜਾਣਨਾ ਚਾਹੁੰਦਾ ਸੀ। ਮਕਸਦ ਮੇਰਾ ਇਹ ਜਾਣਨ ਲਈ ਇਹ ਸੀ ਕਿ ਇਹ ਜਿਹੜਾ ਮਨਦੀਪ ਕੌਰ ਹੋਰਾਂ ਦਾ ਬਿਜ਼ਨਸ ਮਾਡਲ ਹੈਗਾ, ਇਹਨੂੰ ਸ਼ੋਕੇਸ ਕਰਨ ਦੀ ਜ਼ਰੂਰਤ ਹੈ। ਸਾਡਾ ਸਾਰਾ ਯੂਥ ਪੰਜਾਬ ਦਾ ਬਾਹਰ ਜਾ ਰਿਹਾ ਅਤੇ ਕਾਲਜ ਸਾਡੇ ਖਾਲੀ ਪਏ ਨੇ, ਆਈਲੈਟਸ ਦੇ ਜਿਹੜੇ ਆਊਟਲੈਟਸ ਨੇ ਉਹ ਓਵਰ ਕਰਾਊਡਡ ਨੇ।
ਇਹਦਾ ਮਤਲਬ ਇਹ ਹੈ ਕਿ ਕਾਲਜ ਵੱਲ ਹੁਣ ਬੱਚਿਆਂ ਦਾ ਕੋਈ ਧਿਆਨ ਨਹੀਂ ਹੈ। ਆਈਲੈਟਸ ਕਰਕੇ ਉਹਨਾਂ ਲਈ ਬਾਹਰ ਦੀਆਂ ਓਪਨਿੰਗ ਖੁੱਲ੍ਹਦੀਆਂ ਨੇ, ਉਹਨਾਂ ਦਾ ਲਾਹਾ ਉਹ ਲੈਣਾ ਚਾਹੁੰਦੇ ਨੇ। ਮੈਨੂੰ ਡਰ ਲੱਗ ਰਿਹਾ ਕਿ ਇੱਕ ਦਿਨ ਐਸਾ ਆਏਗਾ ਕਿ ਜੇ ਜਿਸ ਤਰ੍ਹਾਂ ਦਾ ਐਕਸੋਡਸ ਬੱਚਿਆਂ ਦਾ, ਯੂਥ ਦਾ ਬਾਹਰ ਹੋ ਰਿਹਾ ਹੈ, ਅਤੇ ਪੰਜਾਬ ਜਿਹੜਾ ਹੈਗਾ ਇਹ ਇੱਕ ਬੁੱਢਿਆਂ ਦਾ ਸੂਬਾ ਰਹਿ ਜਾਏਗਾ। ਅਤੇ ਇੱਥੇ ਚਾਰੇ ਪਾਸੇ ਤੁਹਾਨੂੰ ਕੰਧਾਂ 'ਚ ਵੱਜਦੇ ਬੁੱਢੇ ਹੀ ਮਿਲਣਗੇ। ਯੂਥ ਜਿਹੜਾ ਹੈਗਾ ਉਹ ਬਾਹਰ ਜਾ ਕੇ ਨੌਕਰੀਆਂ ਕਰੇਗਾ ਜਾਂ ਛੋਟੇ ਮੋਟੇ ਕੰਮ ਧੰਦੇ ਜਿਹੜੇ ਹੈ ਉਹ ਉੱਥੇ ਜਾ ਕੇ ਕਰੇਗਾ। ਅਤੇ ਗੇਨਫੁੱਲ ਇੰਪਲੋਇਮੈਂਟ ਬਹੁਤ ਜਿਹੜੀ ਡਿਗਨੀਫਾਈਡ ਹੈਗੀ ਹੈ ਉਹ ਅੱਜ ਵੀ ਨਹੀਂ ਯੂਥ ਨੂੰ ਮਿਲ ਰਹੀ। ਮੈਨੂੰ ਸਾਰੀ ਥਾਵਾਂ ਜਾਣ ਦਾ ਮੌਕਾ ਮਿਲਿਆ, ਮੈਂ ਬੰਦੇ ਉੱਥੇ ਕੰਮ ਕਰਦੇ ਵੀ ਦੇਖੇ ਨੇ। 4-5% ਲੋਕ ਨੇ ਜਿਹੜੇ ਹੂ ਆਰ ਵਰਕਿੰਗ ਵਿਦ ਡਿਗਨਿਟੀ ਐਂਡ ਹੂ ਆਰ ਅਰਨਿੰਗ ਵਿਦ ਡਿਗਨਿਟੀ, ਠੀਕ ਹੈ ਨਾ। ਰੈਸਟ ਆਫ ਦਾ ਪੀਪਲ ਯੂ ਸੀ ਦੇ ਆਰ ਡੂਇੰਗ ਆਡ ਜੋਬਸ। ਅਤੇ ਕਈ ਤਾਂ ਇਹ ਦੱਸਦੇ ਵੀ ਨਹੀਂ ਕਿ ਅਸੀਂ ਕੀ ਕੰਮ ਕਰ ਰਹੇ ਹਾਂ, ਨਾ ਉਹ ਵਰਕ ਪਲੇਸਿਸ 'ਤੇ ਤੁਹਾਨੂੰ ਲੈ ਕੇ ਜਾਂਦੇ ਨੇ। ਇਸ ਵਾਸਤੇ ਜਿਹੜੇ ਬੰਦਿਆਂ ਨੂੰ ਇੱਥੇ ਕੰਮ ਕਰਨ 'ਚ ਸ਼ਰਮ ਆਉਂਦੀ ਹੈ, ਉੱਥੇ ਉਹੀ ਉਹ ਕੰਮ ਉੱਥੇ ਕਰਦੇ ਨੇ, ਉੱਥੇ ਸ਼ਰਮ ਮਹਿਸੂਸ ਨਹੀਂ ਕਰਦੇ। ਇਸ ਵਾਸਤੇ ਇੱਕ ਬਹੁਤ ਵੱਡੀ ਤਬਦੀਲੀ ਦੀ ਲੋੜ ਹੈਗੀ ਹੈ। ਯੂਥ ਨੂੰ ਇੱਕ ਸੁਨੇਹਾ ਦੇਣ ਦੀ ਲੋੜ ਹੈ ਕਿ ਡੋਂਟ ਡਿਜ਼ਰਟ ਪੰਜਾਬ, ਇੱਥੇ ਹੀ ਸਾਰਾ ਕੁਛ ਹੈਗਾ। ਜੇ ਤੁਹਾਡੇ ਮਨ 'ਚ ਇਹ ਗੱਲ ਵਸ ਜੇ ਕਿ ਅਸੀਂ ਇੱਥੇ ਰਹਿਣਾ, ਇੱਥੇ ਕੰਮ ਕਰਨਾ, ਅਤੇ ਇੱਥੇ ਕਿਸੇ ਗੱਲ ਦੀ ਘਾਟ ਨਹੀਂ ਹੈ। ਇਹ ਬੜਾ ਲਾਊਡ ਮੈਸੇਜ ਜਿਹੜਾ ਹੈਗਾ ਇਹ ਮਨਦੀਪ ਕੌਰ ਤਾਂਗਰਾ ਨੇ ਦਿੱਤਾ ਹੈਗਾ, ਹਾਂਜੀ, ਆਪਣੀ ਐਜੂਕੇਸ਼ਨ ਦੇ ਲਿਹਾਜ਼ ਨਾਲ। ਇੱਕ ਤਾਂ ਇਹ ਹੈ ਕਿ ਇੱਕ ਪੇਂਡੂ ਬੈਕਗਰਾਊਂਡ ਦੀ ਲੜਕੀ, ਇੱਕ ਬੜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਹੰਬਲ ਬੈਕਗਰਾਊਂਡ 'ਚੋਂ ਉੱਠ ਕੇ ਅਤੇ ਕੰਮ ਕਰਨ ਵਾਲੇ, ਮਿਹਨਤ ਕਰਨ ਵਾਲੇ ਮਾਪਿਆਂ ਦੀ ਬੱਚੀ ਨੇ, ਸ਼ੀ ਆਪਟਡ ਫਾਰ MBA। ਇਹ ਆਪਣੇ ਆਪ 'ਚ ਹੀ ਜਿਹੜੀ ਹੈਗੀ ਹੈ ਇੱਕ ਵਿਲੱਖਣ ਗੱਲ ਆ। ਉਹਦਾ ਰੀਜ਼ਨ ਇਹ ਹੈ ਕਿ ਬੱਚੇ ਜਦੋਂ ਹਾਇਰ ਐਜੂਕੇਸ਼ਨ ਵਾਸਤੇ ਜਾਂਦੇ ਨੇ, ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਮਤਲਬ ਕਿਹੜੇ ਕਿੱਤੇ ਵੱਲ ਜਾਣਾ, ਕਿਸ ਕਿਸਮ ਦੀ ਪੜ੍ਹਾਈ ਅਸੀਂ ਕਰਨੀ ਹੈ। ਸਾਡੇ ਵੇਲੇ ਤਾਂ ਹੁੰਦਾ ਸੀ ਵੀ ਮੈਟ੍ਰਿਕ ਕਰ ਲਈ, ਉਸ ਤੋਂ ਬਾਅਦ ਯੂਨੀਵਰਸਿਟੀ 'ਚ ਆਪਣਾ ਕਾਲਜ ਚਲੇ ਗਏ, ਪ੍ਰੈਪ ਕਰ ਲਈ, ਜਿਹੜੇ ਸਬਜੈਕਟ ਤੁਹਾਡੇ ਨਾਲ ਦੇ ਮੁੰਡਿਆਂ ਨੇ ਲੈਣੇ ਨੇ ਉਹ ਲੈ ਲਏ, ਕੋਈ ਚੋਇਸ ਨਹੀਂ ਸੀ ਹੁੰਦੀ ਹੈ ਜੀ। BA ਕਰ ਲਈ, ਉਸ ਤੋਂ ਬਾਅਦ ਜੇ ਕਿਸੇ ਸਬਜੈਕਟ ਚੰਗੇ ਨੰਬਰ ਆ ਗਏ ਤਾਂ ਫਿਰ ਪੋਸਟ ਗ੍ਰੈਜੂਏਸ਼ਨ ਕਰ ਲਓ ਯੂਨੀਵਰਸਿਟੀ 'ਚ, ਹੈ ਜੀ। ਇੱਕ ਹੋਰ ਕਰ ਲਓ, 2-3 ਕਰ ਲਓ, ਮੈਕਸੀਮਮ ਟਾਈਮ ਯੂਨੀਵਰਸਿਟੀ 'ਚ ਬਿਤਾਓ, ਕਾਲਜ 'ਚ ਬਿਤਾਓ। ਮੇਰਾ ਇੱਕ ਬੜਾ ਅਜ਼ੀਜ਼ ਦੋਸਤ ਹੈ, ਹੀ ਡਿਡ MA ਦੈਨ LLB, ਹੈ ਜੀ। ਹੁਣ ਉਹ ਕਰਦੇ ਨੇ ਡੇਅਰੀ, ਖੇਤੀ ਕਰਦੇ ਨੇ, ਡੇਅਰੀ ਅਤੇ ਮੁਰਗੀਆਂ ਪਾਲਦੇ ਨੇ। ਅਤੇ ਉਸ ਬੰਦੇ ਨੇ ਘੱਟੋ ਘੱਟ 25 ਸਾਲ ਪੜ੍ਹਨ 'ਤੇ ਲਾਤੇ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਾਕਾ ਜੇ ਤੂੰ ਡੇਅਰੀ ਕਰਨੀ ਸੀ ਜਾਂ ਫਿਰ ਆਹ MA ਕਰਨ ਦੀ ਕੀ ਲੋੜ ਸੀ, ਲਾਅ ਕਰਨ ਦੀ ਕੀ ਲੋੜ ਸੀ। ਹੁਣ ਤੁਸੀਂ ਕੁਕੜੀਆਂ ਨੂੰ ਸ਼ੇਕਸਪੀਅਰ ਥੋੜ੍ਹਾ ਪੜ੍ਹਾਉਣਾ ਜਾਂ ਮੱਝਾਂ ਨੂੰ, ਵਾਈ ਸ਼ੁੱਡ ਯੂ ਵੇਸਟ ਟਾਈਮ। ਲੇਕਿਨ ਕਿਉਂਕਿ ਡਾਇਰੈਕਸ਼ਨ ਨਹੀਂ ਹੈ, ਕੋਈ ਐਜੂਕੇਸ਼ਨ ਡਾਇਰੈਕਸ਼ਨਲੈਸ ਹੈ। ਕੋਈ ਉਸ ਲੈਵਲ 'ਤੇ ਜਿਹੜਾ ਤੁਹਾਡਾ ਐਂਟਰੀ ਪੁਆਇੰਟ ਹੈ ਨਾ, ਉਹਦੇ 'ਚ ਤੁਹਾਡੀ ਕੋਈ ਟਿਊਟਰਿੰਗ ਕਰਨ ਵਾਲਾ ਨਹੀਂ। ਕੈਰੀਅਰ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਜ਼ਰੂਰੀ ਹੈ। ਸੋ ਮੈਂ ਸਮਝਦਾ ਵੀ ਇਹ ਵੱਡਾ ਕੰਮ ਸੋਹਣਾ ਕੀਤਾ ਮਨਦੀਪ ਹੋਰਾਂ ਨੇ ਕਿ ਉਹਨਾਂ ਨੇ MBA ਕੀਤੀ, ਦੈਨ ਸ਼ੀ ਟੌਪਡ ਇਨ ਦਾ ਯੂਨੀਵਰਸਿਟੀ। ਫਿਰ ਆਪਣਾ ਪ੍ਰੋਫੈਸ਼ਨ ਚੁਣਿਆ, ਕੰਮ ਚੁਣਿਆ, ਫਿਰ ਇਹ ਸੋਚਿਆ ਕਿ ਨਹੀਂ ਇੱਥੇ ਹੀ ਰਹਿਣਾ, ਇੱਥੇ ਹੀ ਕਰਨਾ। MBA ਵਾਲਿਆਂ ਲਈ ਤਾਂ ਬੜੀਆਂ ਓਪਨਿੰਗਸ ਹੈਗੀਆਂ ਨੇ, ਠੀਕ ਹੈ ਨਾ, ਦੂਜੀਆਂ ਕੰਪਨੀਆਂ 'ਚ ਵੀ ਬੜੀਆਂ। ਉਹਨੇ ਕਿਹਾ ਨਹੀਂ, ਆਪਣਾ ਕੰਮ ਕਰਨਾ, ਆਪਣੀ ਜਗ੍ਹਾ 'ਤੇ ਕਰਨਾ, ਆਪਣੇ ਲੋਕਾਂ 'ਚ ਰਹਿ ਕੇ ਕਰਨਾ, ਆਪਣੇ ਪਰਿਵਾਰ 'ਚ ਰਹਿ ਕੇ ਕਰਨਾ। ਅਤੇ ਉਹਦੇ 'ਚੋਂ, ਉਸ ਨਿਸ਼ਠਾ ਦੇ ਵਿੱਚੋਂ ਇਹ ਇੱਕ ਬਿਜ਼ਨਸ ਮਾਡਲ, ਓਰੀਜਨਲ ਜਿਹਨੂੰ ਆਪਾਂ ਮੌਲਿਕ ਬਿਜ਼ਨਸ ਮਾਡਲ, ਉਹ ਸਾਡੇ ਸਾਹਮਣੇ ਆਇਆ। ਸੋ ਮੇਰੇ ਮਨ 'ਚ ਬੜੀ ਉਤਸੁਕਤਾ ਸੀ ਕਿ ਮੈਂ ਆਪ ਜਾ ਕੇ ਸਾਰਾ ਕੁਝ ਦੇਖਾਂ। ਔਰ ਵਟ ਐਵਰ ਇਜ਼ ਲੈਕਿੰਗ, ਜਿਹੜੀ ਇਹਨਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਗਵਰਨਮੈਂਟ ਦਾ ਕੀ ਰੋਲ ਹੈ, ਹੋਰ ਸਾਡੀਆਂ ਸੰਸਥਾਵਾਂ ਦਾ ਕੀ ਰੋਲ ਹੈ, ਉਹ ਵੀ ਦੇਖਿਆ ਜਾਏ। ਜੇ ਕਿਤੇ ਕੋਈ ਕਿਸੇ ਚੀਜ਼ ਦੀ ਕਮੀ ਪੇਸ਼ੀ ਹੈ
ਤੇ ਜੋ ਅਸੀਂ ਦੂਰ ਕਰ ਸਕਦੇ ਹਾਂ ਉਹਨੂੰ ਅਸੀਂ ਦੂਰ ਕਰੀਏ। ਕਾਫੀ ਸਮਾਂ ਹੋ ਗਿਆ ਜੀ ਇਹਨਾਂ ਨੂੰ ਇਹ ਕੰਪਨੀ ਰਨ ਕਰਦੇ, ਪਰ ਹੁਣ ਤੱਕ ਇਸ ਤੋਂ ਪਹਿਲਾਂ ਵੀ ਸਰਕਾਰਾਂ ਬਦਲਦੀਆਂ ਰਹੀਆਂ ਪੰਜਾਬ ਦੇ ਵਿੱਚ, ਪਰ ਧਿਆਨ ਕਿਉਂ ਨਹੀਂ ਦਿੱਤਾ ਗਿਆ? ਕੀ ਲੱਗਦਾ ਕਿੱਥੇ ਕਮੀ ਰਹਿ ਗਈ ਸੀ? ਕਿਉਂਕਿ ਮਨਦੀਪ ਕੌਰ ਵਰਗੀਆਂ ਮੁਟਿਆਰਾਂ ਬਹੁਤ ਥੋੜ੍ਹੀਆਂ ਨੇ ਜਿਨ੍ਹਾਂ 'ਚ ਇੰਨਾ ਪੈਸ਼ਨ ਹੈ, ਆਪਣੇ ਸੂਬੇ ਨੂੰ ਲੈ ਕੇ, ਆਪਣੀ ਮਿੱਟੀ ਨੂੰ ਲੈ ਕੇ ਇੰਨਾ ਪਿਆਰ ਹੈ, ਪਰ ਫਿਰ ਵੀ ਇਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਸ ਪੱਧਰ 'ਤੇ ਸਰਕਾਰਾਂ ਕਿਉਂ ਨਹੀਂ ਆ ਸਕੀਆਂ ਜੀ? ਤੁਸੀਂ ਕੀ ਮੰਨਦੇ ਹੋ? ਦੇਖੋ ਇਹ ਬੜਾ ਇਟਸ ਏ ਹੈਵੀਲੀ ਲੋਡਡ ਕੁਐਸਚਨ, ਲੇਕਿਨ ਇਹਦਾ ਮੈਂ ਮੁਖਤਸਰ ਜਵਾਬ ਇੰਨਾ ਹੀ ਦੇਵਾਂਗਾ ਕਿ ਇਹਦੇ ਲਈ ਇੱਕ ਤਾਂ ਰਾਜਨੀਤੀ ਜ਼ਿੰਮੇਵਾਰ ਹੈ। ਰਾਜਨੀਤੀ 'ਚ ਜਿਹੜੇ ਲੋਕ, ਮੈਂ ਕਿਸੇ ਵੀ ਇੱਕ ਬੰਦੇ 'ਤੇ ਟਿੱਪਣੀ ਨਹੀਂ ਕਰਦਾ, ਕਿਸੇ ਇੱਕ ਵਿਅਕਤੀ 'ਤੇ ਜਾਂ ਪਾਰਟੀ 'ਤੇ ਨਹੀਂ, ਜਿਹੜੇ ਲੋਕ ਰਾਜਨੀਤੀ ਕਰਦੇ ਨੇ ਉਹ ਪਾਵਰ ਪੋਲਿਟਿਕਸ ਕਰਦੇ ਨੇ, ਔਰ ਜਿਹੜਾ ਪੋਲੀਟੀਸ਼ੀਅਨਸ ਨੇ ਦੇ ਆਰ ਨਾਟ ਲੀਡਰਸ। ਇਹ ਜਿਹੜਾ ਦੋਨਾਂ ਦਾ ਫਰਕ ਹੈ, ਇਹਨੂੰ ਵੀ ਸਮਝਣ ਦੀ ਜ਼ਰੂਰਤ ਹੈ। ਜਿਹੜਾ ਪੋਲੀਟੀਸ਼ੀਅਨ ਆ ਉਹ ਆਪਣੇ ਲਈ ਸੋਚੇਗਾ, ਆਪਣੇ ਪਰਿਵਾਰ ਲਈ, ਆਪਣੇ ਲਈ ਉਹਦਾ ਜਿਹੜਾ ਵਿਜ਼ਨ ਹੈ ਉੱਥੋਂ ਤੱਕ ਸੀਮਿਤ ਹੋਏਗਾ। ਜਿਹੜਾ ਲੀਡਰ ਹੈ ਉਹ ਜਨਰੇਸ਼ਨਸ ਲਈ ਸੋਚੇਗਾ, ਘੱਟੋ ਘੱਟ 2 ਜਨਰੇਸ਼ਨਾਂ ਬਾਰੇ ਸੋਚੇਗਾ, ਸਮਝ ਗਏ ਨਾ? ਅਤੇ ਇਹ ਵੱਸ ਪੈ ਗਈ, ਸਾਰੀ ਜਿਹੜਾ ਸਿਸਟਮ ਹੈ ਉਹ ਪੋਲੀਟਿਕਸ ਦੇ ਵੱਸ ਪੈ ਗਿਆ। ਪੋਲੀਟੀਕਲ ਲੋਕਾਂ ਦੀ ਕੋਈ ਕਮਿਟਮੈਂਟ, ਵਚਨਬੱਧਤਾ ਨਹੀਂ ਰਹੀ। ਗੱਲਾਂ ਜ਼ਿਆਦਾ ਨੇ, ਕੰਮ ਘੱਟ ਹੈ, ਵਰਨਾ ਕਿਸੇ ਚੀਜ਼ ਦੀ ਇੱਥੇ ਕੋਈ ਕਮੀ ਨਹੀਂ ਹੈ, ਹਾਂਜੀ। ਲੇਕਿਨ ਫਿਰ ਵਿਜ਼ਨ ਨਹੀਂ ਹੈ। ਵਿਜ਼ਨ ਵੀ ਬਹੁਤ ਜ਼ਰੂਰੀ ਹੈ, ਕਮਿਟਮੈਂਟ ਬੜੀ ਜ਼ਰੂਰੀ ਹੈ। ਉਹਦੀ ਇੰਪਲੀਮੈਂਟੇਸ਼ਨ ਲਈ ਇੱਕ ਟੀਮ ਵਰਕ ਚਾਹੀਦਾ ਹੈ। ਤੁਹਾਨੂੰ ਤੁਹਾਡੇ ਵਾਂਗੂ ਸੋਚਣ ਵਾਲੇ ਬੰਦਿਆਂ ਦੀ ਜ਼ਰੂਰਤ ਹੈ, ਅਤੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਦੁਨੀਆ 'ਚ, ਸਭ ਕੁਝ ਹੋ ਜਾਂਦਾ ਹੈ। ਮੈਂ ਖਰੜ ਤੋਂ MLA ਸੀ। ਖਰੜ ਇੱਕ ਸਕੂਲ ਚੱਲ ਰਿਹਾ ਹੈ, ਹਾਇਰ ਸੈਕੰਡਰੀ ਸਕੂਲ ਹੈ, ਮਾਡਲ। ਮੈਂ ਉਹ ਖੋਲ੍ਹਿਆ 2003 'ਚ, ਇੰਗਲਿਸ਼ ਮਾਡਲ ਸਕੂਲ ਹੈ। 2002 'ਚ ਮੈਂ ਉੱਥੋਂ MLA ਬਣਿਆ ਸੀ। ਇੱਕ ਦਿਨ ਮੈਂ ਸਵੇਰੇ ਹੁਸ਼ਿਆਰਪੁਰ ਲਈ ਦੌਰੇ 'ਤੇ ਜਾ ਰਿਹਾ ਸੀ, ਤਾਂ ਮੈਂ ਦੇਖਿਆ ਕਿ ਖਰੜ ਦੇ ਬੱਸ ਅੱਡੇ 'ਤੇ 100-150 ਬੱਚਾ ਸਕੂਲਾਂ ਦਾ ਖੜਾ, ਅਤੇ ਮੇਰਾ ਰੂਟ ਲੱਗਿਆ ਸੀ। ਪੁਲਿਸ ਵਾਲੇ ਉਹਨਾਂ ਨੂੰ ਦੜਾ ਰਹੇ ਸੀ ਲਾਠੀਆਂ ਨਾਲ ਬੱਚਿਆਂ ਨੂੰ, ਬੱਚੇ ਦੌੜ ਰਹੇ ਸੀ। ਮੇਰੀ ਕੁਦਰਤੀ ਨਿਗਾਹ ਪੈ ਗਈ, ਬੱਚੇ ਸਕੂਲ ਦੇ ਨੇ, 7-7:30 ਦਾ ਟਾਈਮ ਹੈ। ਮੈਂ ਅੱਗੋਂ ਜਾ ਕੇ ਗੱਡੀ ਵਾਪਸ ਮੋੜ ਲਈ। ਮੈਨੂੰ ਦੇਖ ਕੇ ਬੱਚੇ ਫੇਰ ਦੌੜੇ। ਮੈਂ ਬੜੀ ਮੁਸ਼ਕਿਲ ਨਾਲ, ਉਹ ਮੇਰੇ ਅੱਗੇ ਅੱਗੇ, ਮੈਂ ਉਹਨਾਂ ਦੇ ਪਿੱਛੇ ਪਿੱਛੇ, ਮੈਂ ਬੱਚਿਆਂ ਨੂੰ ਰੋਕ ਕੇ ਮੈਂ ਕਿਹਾ, ਬੇਟਾ ਡਰੋ ਨਾ, ਤੁਸੀਂ ਮੈਨੂੰ ਦੱਸੋ ਤੁਸੀਂ ਇੱਥੇ ਕੀ ਕਰਦੇ ਹੋ? ਕਹਿੰਦੇ ਜੀ ਸਕੂਲਾਂ ਨੂੰ ਜਾ ਰਹੇ ਹਾਂ। ਮੈਂ ਕਿਹਾ ਤੁਸੀਂ ਕਿਹੜੇ ਸਕੂਲਾਂ ਨੂੰ ਜਾ ਰਹੇ ਹੋ? ਕੋਈ ਬੱਚੇ ਕਹਿਣ ਅਸੀਂ ਕੁਰਾਲੀ ਚੱਲੇ ਹਾਂ, ਕੋਈ ਕਹੇ ਮੋਰਿੰਡੇ, ਕੋਈ ਕਹੇ ਅਸੀਂ ਜਾਣਾ ਹੈਗਾ ਮੋਹਾਲੀ। ਮੈਂ ਕਿਹਾ ਖਰੜ ਸਭ ਤੋਂ ਪੁਰਾਣੀ ਤਹਿਸੀਲ ਹੈ, ਅੰਬਾਲੇ ਜ਼ਿਲ੍ਹੇ ਦੀ ਤਹਿਸੀਲ ਸੀ ਜਦੋਂ ਹਾਲੇ ਪੰਜਾਬ ਡਿਵਾਈਡ ਨਹੀਂ ਸੀ ਹੋਇਆ। ਖਰੜ ਦੇ ਬੱਚੇ ਬਾਹਰ ਕਿਉਂ ਜਾ ਰਹੇ ਨੇ? ਉਹ ਕਹਿਣ ਲੱਗੇ ਜੀ ਅਸੀਂ ਸਾਰੇ ਸਾਇੰਸ ਸਟੂਡੈਂਟਸ ਹਾਂ, ਇੱਥੇ ਤਾਂ ਸਾਇੰਸ ਦੀਆਂ ਕਲਾਸਾਂ ਹੀ ਨਹੀਂ ਹਨ, ਡਿਸਪਾਈਟ ਦਾ ਫੈਕਟ ਕਿ ਉੱਥੇ 2-3 ਪ੍ਰਾਈਵੇਟ ਸਕੂਲ ਸੀਗੇ। ਫਿਰ ਮੈਂ ਪੁੱਛਿਆ ਵੀ ਸਰਕਾਰੀ ਸਕੂਲ? ਸੋ ਆਈ ਡਿਸਕਵਰਡ ਐਜ਼ ਐਨ MLA ਕਿ ਖਰੜ 'ਚ ਕੋਈ ਸਰਕਾਰੀ ਸਕੂਲ ਹੀ ਨਹੀਂ ਹੈ ਹਾਈ। ਮੈਂ ਉਸੇ ਵੇਲੇ SDM ਨੂੰ ਫੋਨ ਕੀਤਾ, ਉਹਨਾਂ ਨੂੰ ਕਿਹਾ ਮੈਂ ਹੁਸ਼ਿਆਰਪੁਰ ਚੱਲਿਆ, ਮੈਂ 8 ਵਜੇ ਤੱਕ ਵਾਪਸ ਆ ਜਾਊਂ, ਮੇਰੇ ਆਉਣ ਤੱਕ ਸਾਰੇ ਸਕੂਲਾਂ ਦਾ ਸਰਵੇ ਕਰੋ, ਤਹਿਸੀਲਦਾਰ ਨਾਲ ਲੈ ਲਓ, ਸਾਰੇ ਅਫਸਰ ਲੈ ਲਓ, ਮੈਨੂੰ ਪਤਾ ਹੋਣਾ ਚਾਹੀਦਾ ਹਰੇਕ ਕਿਹੜੇ ਸਕੂਲ 'ਚ ਕਿਹੜਾ ਸਬਜੈਕਟ ਪੜ੍ਹਾਇਆ ਜਾ ਰਿਹਾ, ਕਿੰਨੇ ਸਰਕਾਰੀ ਸਕੂਲ ਨੇ, ਇਹਦੀ ਸਾਰੀ ਰਿਪੋਰਟ ਚਾਹੀਦੀ ਹੈ। ਮੈਂ 9 ਵਜੇ ਵਾਪਸ ਆਇਆ। ਸਾਰੀ ਟੀਮ ਬੈਠੀ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ ਸਿਰਫ ਪ੍ਰਾਇਮਰੀ ਸਕੂਲ ਨੇ ਸਰਕਾਰੀ, ਹਾਈ ਸਕੂਲ ਹੀ ਹੈ ਨਹੀਂ। ਅਤੇ ਮੈਂ ਅਗਲੇ ਦਿਨ ਉਸੇ ਹੀ ਵੇਲੇ ਫਿਰ ਬੱਸ ਅੱਡੇ 'ਤੇ ਚਲਿਆ ਗਿਆ, ਉਹਨਾਂ ਹੀ ਬੱਚਿਆਂ ਨੂੰ ਮਿਲਿਆ, ਉਹਨਾਂ ਤੋਂ ਮਾफ़ੀ ਮੰਗੀ, ਬੇਟਾ ਮੈਨੂੰ ਮਾफ़ ਕਰੋ, ਮੈਨੂੰ ਦੂਜਾ ਸਾਲ ਹੋ ਗਿਆ, ਮੈਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਸਰਕਾਰੀ ਸਕੂਲ ਹੈ ਨਹੀਂ ਤੁਹਾਡੇ ਪੜ੍ਹਨ ਲਈ, ਅਤੇ ਆਈ ਪ੍ਰੋਮਿਸ ਯੂ ਕਿ ਅਗਲੀ ਜਿਹੜੀ ਕਲਾਸ ਹੈ ਉਹ ਤੁਸੀਂ ਇੱਥੇ ਆਪਣੇ ਸਕੂਲ 'ਚ ਪੜ੍ਹੋਗੇ। ਮੈਂ ਸਹੁੰ ਖਾ ਲਈ ਉੱਥੇ
ਬੱਚਿਆਂ ਦੇ ਸਾਹਮਣੇ, ਨਾਲੇ ਮਾਫੀ ਮੰਗੀ। ਯੂ ਵੋਂਟ ਬਿਲੀਵ ਕਿ ਮੈਂ ਉਸੇ ਦਿਨ ਹੀ ਆਪਣਾ ਕੰਮ ਸ਼ੁਰੂ ਕਰਤਾ। ਹਾਂਜੀ, ਮੈਂ ਜਗ੍ਹਾ ਲੱਭੀ, ਸਕੂਲ ਮਨਜ਼ੂਰ ਕਰਾਇਆ, ਪੈਸੇ ਮਨਜ਼ੂਰ ਕਰਾਏ। 1 ਅਪ੍ਰੈਲ ਨੂੰ ਸਕੂਲ ਖੋਲ੍ਹਣਾ ਸੀ, ਨਵੀਆਂ ਕਲਾਸਾਂ। ਪਹਿਲੀ ਕਲਾਸ ਤੋਂ ਲੈ ਕੇ ਨਰਸਰੀ ਤੋਂ 12ਵੀਂ ਤੱਕ ਦਾ ਮਾਡਲ ਸਕੂਲ ਵਿਦ ਇੰਗਲਿਸ਼ ਮੀਡੀਅਮ। ਮੈਂ ਕਿਹਾ ਵੀ ਇਹ ਖੋਲ੍ਹ ਦੇਣਾ 1 ਤਰੀਕ ਨੂੰ। ਉਧਰ ਮੇਰੀ ਇੰਟਰਨੈਸ਼ਨਲ ਕਾਨਫਰੰਸ ਆ ਗਈ, ਕਾਮਨਵੈਲਥ ਕੰਟਰੀਜ਼ ਦੇ ਸਪੀਕਰਸ ਦੀ ਕਾਨਫਰੰਸ ਆ ਗਈ, ਪ੍ਰੈਜ਼ਾਈਡਿੰਗ ਅਫਸਰ ਦੀ। ਆਈ ਵਾਜ਼ ਟੂ ਰਿਪਰੈਜ਼ੈਂਟ ਇੰਡੀਆ। ਮੈਨੂੰ ਐਜੂਕੇਸ਼ਨ ਸੈਕਟਰੀ ਕਹਿਣ ਲੱਗੀ, ਬਈ ਜੇ ਤੁਸੀਂ 1 ਅਪ੍ਰੈਲ ਨੂੰ ਲੰਡਨ ਚਲੇ ਜਾਂਦੇ ਹੋ, ਇਹ ਸਕੂਲ ਨਹੀਂ ਖੁੱਲ੍ਹੇਗਾ, ਕਿਉਂਕਿ ਸਿਰਖੜੇ ਦਾ ਖਾਲਸਾ, ਪਾਰਲੀਮੈਂਟ ਦੀਆਂ ਇਲੈਕਸ਼ਨਾਂ ਸਿਰ 'ਤੇ ਨੇ, ਕਿਸੇ ਨੇ ਪੈਸਾ ਨਹੀਂ ਦੇਣਾ, ਹਰ ਅਫਸਰ ਡਰੂਗਾ। ਜੇ ਤੁਹਾਡੀ ਕਮਿਟਮੈਂਟ ਹੈ ਬੱਚਿਆਂ ਨਾਲ, ਫਿਰ ਲੰਡਨ ਦਾ ਦੌਰਾ ਕੈਂਸਲ ਕਰੋ। ਮੈਨੂੰ ਗੱਲ ਸਮਝ ਆ ਗਈ ਵੀ ਜੇ ਮੈਂ ਚਲਾ ਗਿਆ, ਇਹ ਸਕੂਲ ਨਹੀਂ ਖੁੱਲ੍ਹਣਾ। ਮੈਂ ਉਸੇ ਵੇਲੇ ਫੈਕਸ ਕਰਤਾ ਸਪੀਕਰ ਲੋਕ ਸਭਾ ਨੂੰ, ਮਿਸਟਰ ਸੋਮਨਾਥ ਚੈਟਰਜੀ ਸੀ, ਕਿ I am not available for international conference. That was a great opportunity. You see, I was to preside over the conference, international conference, Commonwealth countries, the presiding officer, because I was representing India. India is the biggest parliamentary democracy. ਇਸ ਕਰਕੇ ਮੈਂ ਪ੍ਰੈਜ਼ਾਈਡ ਕਰਨੀ ਸੀ, ਪਰ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਅਵੇਲੇਬਲ ਨਹੀਂ ਹਾਂ, ਮੈਂ ਨਹੀਂ ਜਾ ਸਕਦਾ। ਮੈਂ ਤਾਂ 1 ਤਰੀਕ ਨੂੰ ਸਕੂਲ ਦੇ ਬਾਹਰ ਖੜ੍ਹਨਾ ਅਤੇ ਆਪਦਾ ਸਕੂਲ ਖੋਲ੍ਹਣਾ। ਮੈਂ ਸਕੂਲ ਖੋਲ੍ਹਤਾ, ਸਮਝ ਗਏ ਨਾ। ਹੁਣ ਤੁਸੀਂ ਜਾਇਓ ਖਰੜ, ਅੱਜ ਉੱਥੇ 3500 ਬੱਚਾ ਪੜ੍ਹਦਾ, ਓਨਲੀ ਡਬਲ ਸ਼ਿਫਟ ਸਕੂਲ, ਟੌਪ ਦਾ ਸਕੂਲ ਹੈ, ਟੌਪ ਦੇ ਰਿਜ਼ਲਟ ਨੇ। ਮੇਰੇ ਸਕੂਲ ਦੇ ਬੱਚੇ ਬੱਚੀਆਂ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ MBA ਵਗੈਰਾ ਕਰਦੇ ਨੇ। ਗ੍ਰੇਟ ਸੈਟਿਸਫੈਕਸ਼ਨ। ਵਾਈ ਇਟ ਹੈਪਨ? ਕਿਉਂਕਿ ਮੇਰੀ ਕਮਿਟਮੈਂਟ ਸੀ। ਮੈਂ ਸਭ ਕੁਝ ਛੱਡਤਾ। ਮੇਰੀ ਜਗ੍ਹਾ ਕੋਈ ਹੋਰ ਪੋਲੀਟੀਸ਼ੀਅਨ ਹੁੰਦਾ, ਉਹ ਕਹਿੰਦਾ ਲੰਡਨ ਦੀ ਵਿਜ਼ਿਟ ਅਵੇਲ ਕਰੋ, ਸਕੂਲ ਤਾਂ ਖੁੱਲ੍ਹਦੇ ਹੀ ਰਹਿੰਦੇ ਨੇ, ਐਤਕੀ ਨਹੀਂ ਅਗਲੇ ਸਾਲ। ਇਸ ਕਰਕੇ ਇਟਸ ਲੈਕ ਆਫ ਕਮਿਟਮੈਂਟ, ਸਮਝ ਗਏ, ਕਿ ਕੁਝ ਨਹੀਂ ਹੋ ਰਿਹਾ। ਔਰ ਜਿਸ ਤਰ੍ਹਾਂ ਦਾ ਇੱਥੇ ਕੰਮ ਹੋ ਰਿਹਾ, ਜੋ ਆਪਾਂ ਅੱਜ ਸਾਰਾ ਦੇਖਿਆ ਹੈਗਾ, ਬੱਚਿਆਂ ਨੂੰ ਪ੍ਰੈਕਟੀਕਲ ਕੰਮ ਹੋ ਰਿਹਾ, ਕੋਈ ਕਿਸੇ ਕਿਸਮ ਦਾ ਦਿਖਾਵਾ ਤਾਂ ਹੈ ਨਹੀਂ। ਇਹ ਜਦੋਂ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ, ਚਲੋ 5-4 ਸਾਲ ਤੱਕ ਗਰੋ ਕਰਨ ਨੂੰ ਲੱਗ ਜਾਂਦੇ ਨੇ। ਹੁਣ ਤਾਂ ਦੇਰ ਸ਼ੁੱਡ ਹੈਵ ਬੀਨ ਫੋਕਸ ਔਨ ਆਰ ਵਰਕ। ਗਵਰਨਮੈਂਟ ਨੇ ਇਹਨਾਂ ਨੂੰ ਅੱਗੇ ਲਾਇਆ ਹੁੰਦਾ ਵੀ ਤੁਸੀਂ ਅੱਗੇ, ਗਵਰਨਮੈਂਟ ਪਿੱਛੇ ਕਰੋ ਕੰਮ। ਇਹ ਨਹੀਂ ਹੋਇਆ ਹਾਲੇ, ਇਹ ਹੋਣਾ ਚਾਹੀਦਾ। ਸੋ ਉਹਦੇ ਨਾਲ ਇਹ ਪੰਜਾਬ ਦੇ ਇੰਟਰਸਟ 'ਚ ਹੈ। ਕੋਈ ਡਿਮਾਂਡ ਕਰੋਗੇ CM ਭਗਵੰਤ ਮਾਨ ਤੋਂ ਜੀ ਤੁਸੀਂ? ਨਹੀਂ, ਡਿਮਾਂਡ ਤਾਂ ਕੀ, ਉਹ ਤਾਂ ਫਿਰ ਐਵੇਂ ਹੁੰਦੀ ਹੈ, ਫਾਰਮਲ ਜੀ ਗੱਲ ਹੁੰਦੀ ਹੈ। ਮੈਂ ਤਾਂ ਭਗਵੰਤ ਮਾਨ ਨਾਲ ਬਕਾਇਦਾ ਸਟਰਕਚਰਡ ਮੀਟਿੰਗ ਕਰਾਂਗਾ। ਆਈ ਵਿਲ ਡਰਾਫਟ ਮਾਈ ਓਨ ਨੋਟ, ਆਈ ਵਿਲ ਸੈਂਡ ਹਿਮ ਏ ਨੋਟ ਐਂਡ ਆਈ ਵਿਲ ਆਸਕ ਹਿਮ ਟੂ ਹੈਵ ਏ ਸਟਰਕਚਰਡ ਮੀਟਿੰਗ, ਜਿਹਦੇ 'ਚ IT ਸੈਕਟਰੀ, ਐਜੂਕੇਸ਼ਨ ਸੈਕਟਰੀ, ਇਹ ਸਾਰੇ ਸੈਕਟਰੀ ਉੱਤੇ ਬੁਲਾਓ ਐਂਡ ਵੀ ਡਿਸਕਸ ਅਸੀਂ ਇਸ ਮਾਡਲ ਨੂੰ ਕਿਸ ਤਰ੍ਹਾਂ ਪੰਜਾਬ ਦੇ ਵਾਸਤੇ ਇਸਤੇਮਾਲ ਕਰਨਾ। So my endeavor would be to use her model and to showcase her model, business model for rural Punjab, and it would usher in an era of revert migration. People should come back after studying her business model. ਤੇ ਇਹਦੇ ਹਰ ਪਹਿਲੂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਇਹਦੇ 'ਤੇ ਪ੍ਰੈਸ ਨੂੰ ਵੀ ਲਿਖਣਾ ਚਾਹੀਦਾ, ਪ੍ਰਿੰਟ ਮੀਡੀਆ ਸ਼ੁੱਡ ਆਲਸੋ ਵਿਜ਼ਿਟ। ਐਂਡ ਜਿਵੇਂ ਹੁਣ ਤੁਹਾਡੀ ਇੱਕ ਇੰਟਰਵਿਊ ਨੇ, ਮਤਲਬ ਦੈਟ ਹੈਜ਼ ਇੰਸਪਾਇਰਡ ਮੀ। ਆਈ ਹੈਵ ਟਾਕ ਟੂ ਸੋ ਮੈਨੀ ਪੀਪਲ, ਆਈ ਵਿਲ ਰਾਈਟ that message would go to many more people. Many more people would be inspired to visit this place. So this would become a very vibrant hub. And I'm sure Mandeep Kaur would become an agent for change for the good for Punjab, which is very, very, very important. ਜਿਸ ਤਰ੍ਹਾਂ ਯੂਥ ਜਾ ਰਿਹਾ, ਯੂਥ ਨੂੰ ਦੇ ਰੁਝਾਨ ਨੂੰ ਮੋੜਨਾ ਦੁਬਾਰਾ ਪੰਜਾਬ ਪ੍ਰਤੀ, ਇਹ ਬਹੁਤ ਵੱਡਾ ਚੈਲੰਜਿੰਗ ਟਾਸਕ ਹੈ। She is doing a great job. She must be encouraged. Government should also participate. It's not her
singular endeavor or an isolated individual endeavor. It is for the state. Our entire commitment is for the state of Punjab, for people of Punjab, for Punjab youth. ਪੰਜਾਬ ਦੇ ਪਿੰਡਾਂ ਲਈ ਹੈਗਾ। ਇਸ ਲਈ ਸਾਨੂੰ ਸਾਡੀਆਂ ਸਰਕਾਰਾਂ ਨੂੰ, ਸਾਡੀਆਂ ਪਾਰਟੀਆਂ ਨੂੰ ਇਸ ਪਾਸੇ ਸੋਚਣਾ ਚਾਹੀਦਾ। ਐਂਡ ਦਿਸ ਇਜ਼ ਦੀ ਸੋਲ ਪਰਪਸ ਦੈਟ brought me here today. I spent the whole day. I'm so happy, I'm so encouraged, and we will try to do whatever is possible for this. ਤੁਸੀਂ ਬੜੇ ਮੁਲਕ ਘੁੰਮੇ ਹੋ ਜੀ। ਸਿਲੀਕਨ ਵੈਲੀ ਦਾ ਬੜਾ ਜ਼ਿਕਰ ਹੁੰਦਾ ਹੈ ਜਦੋਂ ਆਪਾਂ ਆਈਟੀ ਸੈਕਟਰ ਦੀ ਗੱਲ ਕਰਦੇ ਹਾਂ। ਆਪਣੇ ਇੱਥੇ ਹਿੰਦੁਸਤਾਨ ਦੇ ਲੋਕ, ਪੰਜਾਬ ਦੇ ਲੋਕ ਵੀ ਬੜਾ ਪ੍ਰਭਾਵਿਤ ਆ ਸਿਲੀਕਨ ਵੈਲੀ ਤੋਂ। ਅਤੇ ਇਹਨਾਂ ਦਾ ਜਿਹੜਾ ਵਿਜ਼ਨ ਹੈ, ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਫੋਕਸ ਹੈ ਖਾਸ ਤੌਰ 'ਤੇ ਪੇਂਡੂ ਖੇਤਰਾਂ 'ਤੇ, ਤਾਂ ਉੱਥੇ ਜਾਣ ਦੀ ਸ਼ਾਇਦ ਉਹ ਜਿਹੜੇ ਸੁਪਨੇ ਲੈਂਦੇ ਨੇ ਉੱਥੇ ਜਾਣ ਦੇ ਇੱਥੋਂ ਦੇ ਲੋਕ, ਉਹ ਲੋੜ ਨਹੀਂ ਪਊਗੀ ਜਿਸ ਤਰੀਕੇ ਦੇ ਨਾਲ ਇਹ ਆਪਣਾ ਕੰਮ ਐਕਸਪੈਂਡ ਕਰ ਰਹੇ ਨੇ। ਦੇਖੋ, ਗੱਲ ਇਹ ਹੈ ਵੀ ਜਦ ਤੱਕ ਤੁਸੀਂ ਬੱਚਿਆਂ ਨੂੰ ਦਿਖਾਓਗੇ ਨਹੀਂ, ਹਾਂਜੀ, ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ। ਮੈਂ 2-3 ਸਾਲ ਪਹਿਲਾਂ ਆਈ ਵਾਜ਼ ਔਨ ਦੀ ਟੂਰ ਟੂ ਈਸਟ ਅਫਰੀਕਾ, ਕੀਨੀਆ, ਤਨਜ਼ਾਨੀਆ, ਉਗਾਂਡਾ, ਇਹਨਾਂ ਮੁਲਕਾਂ ਦੇ ਦੌਰੇ 'ਤੇ ਸੀ। ਮੈਂ ਜਦੋਂ ਵਾਪਸ ਆ ਰਿਹਾ ਸੀ, ਮੈਨੂੰ ਇੱਕ ਲੜਕਾ ਉੱਥੇ ਕੀਨੀਆ ਦੇ ਏਅਰਪੋਰਟ 'ਤੇ ਮਿਲਿਆ, ਨੈਰੋਬੀ। ਅਤੇ ਮੈਂ ਕਿਉਂਕਿ ਪਗੜੀ ਵਾਲਾ ਸੀ, ਉਹ ਮੋਨਾ ਸੀ, ਉਹਨੇ ਆ ਕੇ ਮੈਨੂੰ ਫਤਿਹ ਬੁਲਾਈ ਅਤੇ ਪੰਜਾਬੀ 'ਚ ਗੱਲ ਕੀਤੀ। ਉਹਨੇ ਮੈਨੂੰ ਸਿਆਣ ਲਿਆ ਅਤੇ ਗੱਲਾਂ ਬਾਤਾਂ ਕਰਦਾ ਆਇਆ। ਮੈਂ ਕਿਹਾ, ਤੂੰ ਕਿੱਥੋਂ ਆਇਆ? ਕਹਿੰਦਾ ਜੀ ਮੈਂ ਤਨਜ਼ਾਨੀਆ ਤੋਂ ਆਇਆ। ਰਹਿਣ ਵਾਲਾ ਕਿੱਥੋਂ ਦਾ? ਕਹਿੰਦਾ ਲੁਧਿਆਣੇ ਕੋਲ ਦਾ, ਪਿੰਡ ਦਾ ਨਾਂ ਲਿਆ ਉਹਨੇ। ਮੈਂ ਕਿਹਾ, ਇੱਥੇ ਕਿਵੇਂ ਆਉਣਾ? ਕਹਿੰਦਾ ਬਿਜ਼ਨਸ ਕਰਦਾ। ਮੈਂ ਕਿਹਾ, ਕਾਹਦਾ? ਕਹਿੰਦਾ ਦਾਲਾਂ ਵੇਚਦਾ, ਤਾਂ ਉੱਥੋਂ ਪੰਜਾਬ ਦੀਆਂ ਦਾਲਾਂ ਤਨਜ਼ਾਨੀਆ 'ਚ ਵੇਚਦਾ, ਰੱਜਵਾਂ ਪੈਸਾ ਕਮਾਉਂਦਾ। ਹੈਂ ਜੀ, ਅੱਛਾ। ਫਿਰ ਉਹ ਕਹਿੰਦਾ, ਮੈਂ ਕਿਹਾ ਹੋਰ ਕੀ ਕਰਦਾ? ਹੋਰ ਕਹਿੰਦਾ ਮੈਂ ਦਾਲਾਂ ਵੇਚ ਕੇ ਚਾਈਨਾ ਦੀ ਕਰੋਕਰੀ ਖਰੀਦਦਾ, ਉਹ ਕਰੋਕਰੀ ਲੁਧਿਆਣੇ ਵੇਚ ਦਿੰਦਾ। ਮੈਂ ਕਿਹਾ, ਫਿਰ ਤੇਰੇ ਤੋਂ ਕੌਣ ਖਰੀਦਦਾ? ਕਹਿੰਦਾ ਕਰੋਕਰੀ ਵਾਲੇ ਹੀ ਖਰੀਦ ਲੈਂਦੇ ਨੇ, ਹੈਂ ਜੀ, ਸਸਤੀ ਮੇਰੇ ਤੋਂ ਖਰੀਦ ਲੈਂਦੇ ਨੇ ਅਤੇ ਮੈਨੂੰ ਬੜਾ ਪੈਸਾ ਬਣਦਾ। ਸਮਝ ਗਏ ਨਾ? ਮੇਰਾ ਮਤਲਬ ਇਹ ਹੈ ਵੀ ਤੁਸੀਂ ਕਿਸੇ ਨੂੰ ਲੀਡ ਦਿਓਗੇ ਕੰਮ ਕਰਨ ਦਾ, ਕੋਈ ਮਾੜਾ ਮੋਟਾ ਕਿਸੇ ਨੂੰ ਦੱਸੋਗੇ, ਫਿਰ ਪਤਾ ਲੱਗੇਗਾ। ਜਿੰਨਾ ਬਿਜ਼ਨਸ ਹੈ, ਫਰਜ਼ ਕਰੋ ਆਪਣਾ ਉਗਾਂਡਾ ਹੈਗਾ, ਉਗਾਂਡਾ 'ਚ ਸਾਰਾ ਟਰੈਕਟਰ ਦਾ ਬਿਜ਼ਨਸ, ਸਾਰੀਆਂ ਆਹ ਜਿਹੜੀਆਂ ਹਾਰਵੈਸਟਿੰਗ ਕੰਬਾਈਨ ਨੇ, ਹੈਂ ਜੀ, ਸਾਰਾ ਪੰਜਾਬੀਆਂ ਕੋਲ ਨੇ, ਸਾਰੀਆਂ ਏਜੰਸੀਆਂ ਨੇ। ਆਹ ਸਭ ਤੋਂ ਵੱਧ ਜਿਹੜੇ ਹੁਸ਼ਿਆਰਪੁਰ ਟਰੈਕਟਰ ਬਣਦੇ ਨੇ, ਸੋਨਾਲੀਕਿਆਂ ਦੀਆਂ ਜਿਹੜੀਆਂ ਹਾਰਵੈਸਟਿੰਗ ਕੰਬਾਈਨ ਨੇ, ਇਹ ਸਾਰੀ ਮਸ਼ੀਨਰੀ ਉਹ ਤਿੰਨਾਂ ਮੁਲਕਾਂ 'ਚ ਉਹੀ ਹੈ। ਜਿੱਥੇ ਮਰਜ਼ੀ ਤੁਸੀਂ ਦੇਖ ਲਓ, ਸੋਨਾਲੀਕਾ ਟਰੈਕਟਰ, ਸੋਨਾਲੀਕਾ ਹਾਰਵੈਸਟਿੰਗ ਕੰਬਾਈਨ। ਬਿਜ਼ਨਸ ਸਾਰੇ ਪੰਜਾਬੀਆਂ ਕੋਲ ਹੈ। ਕੀਨੀਆ 'ਚ ਜਿੰਨੇ ਸ਼ੂਗਰ ਮਿਲ ਨੇ ਸਾਰੇ ਪੰਜਾਬੀਆਂ ਦੇ ਨੇ। ਸਮਝ ਗਏ ਨਾ? ਹੁਣ ਐਸੇ ਲੋਕ ਨੇ, ਇੱਕ ਮੇਰੇ ਰਿਸ਼ਤੇਦਾਰ ਨੇ, ਉਹਨਾਂ ਦੀ 5000 ਏਕੜ ਦਾ ਸਿਰਫ ਗੰਨੇ ਦਾ ਫਾਰਮ ਆ, ਐਂਡ ਦੇ ਓਨ ਦੇਅਰ ਓਨ ਸ਼ੂਗਰ ਮਿਲ। ਲੇਕਿਨ ਉਹ ਲੋਕ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ, ਉੱਥੇ ਕਰਦੇ ਨੇ, ਬਾਹਰ ਜਾ ਕੇ ਕੰਮ ਕਰਦੇ ਨੇ। ਇੱਥੇ ਜਿਹੜੀ ਕੰਮ ਕਰਨ 'ਚ ਸੰਗ ਆਉਣ ਲੱਗ ਗਈ ਨਾ ਲੋਕਾਂ ਨੂੰ, ਇਹ ਸੰਗ ਵੀ ਤੋੜਨੀ ਪੈਣੀ ਹੈ। ਡਿਗਨਿਟੀ ਜਿਹੜੀ ਹੈ, ਉਹਨਾਂ ਦੇ ਮਨ 'ਚ ਵਿਸ਼ਵਾਸ ਪੈਦਾ ਕਰਨ ਦੀ ਜ਼ਰੂਰਤ ਹੈ ਕਿ ਨਹੀਂ, ਆਪਣੇ ਘਰ ਕੰਮ ਕਰ, ਆਪਣਾ ਮੂੰਹ ਧੋਂਦੀ, ਆਪਣੇ ਪੈਰ ਧੋਂਦੀ ਗੋਲੀ ਨਹੀਂ ਸਤਾਉਂਦੀ। ਠੀਕ ਹੈ ਨਾ? ਮੈਂ ਜਦੋਂ MLA ਸੀ, ਮੇਰਾ ਆਪਣਾ ਡੇਅਰੀ ਫਾਰਮ ਸੀ, ਮੇਰੇ ਕੋਲ 35-40 ਡੰਗਰ ਸੀਗੇ। ਠੀਕ ਹੈ ਨਾ? ਮੈਂ 2-4 ਮੱਝਾਂ ਗਾਵਾਂ ਦੀ ਸਵੇਰੇ ਧਾਰ ਕੱਢ ਕੇ ਫਿਰ ਅਸੈਂਬਲੀ ਜਾਂਦਾ ਸੀ। ਸਮਝ ਗਏ ਨਾ? ਕਾਲਜ ਪੜ੍ਹਦੇ ਸੀ, ਉਦੋਂ ਵੀ ਆਪਣਾ ਖੇਤੀ ਦਾ ਕੰਮ ਕਰਨਾ, ਨਾਲੇ ਖੇਡਣਾ, ਨਾਲੇ ਲੀਡਰੀ ਕਰਨੀ। ਲੇਕਿਨ ਖੇਤੀ ਦਾ ਕੰਮ ਉਹਨੂੰ ਪ੍ਰਮੁੱਖਤਾ ਦੇਣੀ। ਇਹ ਹੁੰਦਾ ਸੀ ਕਿ ਮੇਰੀ ਢੇਰੀ ਦਾਣਾ ਮੰਡੀ ਸਭ ਤੋਂ ਵੱਡੀ ਹੋਵੇ। ਠੀਕ ਹੈ ਨਾ? ਮੇਰੇ ਕੋਲ ਵਧੀਆ ਮਸ਼ੀਨਰੀ ਹੋਵੇ। ਬੜਾ ਕੰਮ ਕੀਤਾ, ਬਹੁਤ ਕੰਮ ਕੀਤਾ, ਕੋਈ ਸ਼ਰਮ ਨਹੀਂ ਸੀ। ਮੈਂ 85 ਦੀ ਇਲੈਕਸ਼ਨ ਹਾਰ ਗਿਆ। ਲੋਕ ਤੁਹਾਨੂੰ ਜਿਉਣ ਨਹੀਂ ਦਿੰਦੇ, ਤੁਹਾਨੂੰ ਲੋਕਾਂ ਦੀਆਂ ਗੱਲਾਂ ਸੁਣਨ ਦੀ ਜ਼ਰੂਰਤ ਨਹੀਂ ਹੈ। ਆਈ ਲੋਸ ਦੀ ਇਲੈਕਸ਼ਨ ਇਨ 85 ਕਿਉਂਕਿ 84 ਹੋ ਗਿਆ, ਦਰਬਾਰ ਸਾਹਿਬ ਵਾਲਾ ਹੋ ਗਿਆ, ਮੈਂ ਇਲੈਕਸ਼ਨ ਹਾਰ ਗਿਆ। ਮੈਂ ਇਲੈਕਸ਼ਨ ਹਾਰਨ ਤੋਂ ਅਗਲੇ ਦਿਨ ਹੀ ਆਪਣਾ ਟਰੈਕਟਰ ਲੈ ਕੇ ਉਹਨੂੰ ਸਰਵਿਸ ਕਰਾਉਣ ਚੱਲਿਆ ਗਿਆ, ਆਪ ਹੀ ਚਲਾ ਰਿਹਾ ਸੀ। ਹੁਣ ਜਿਹੜੇ ਟੀਚਰਾਂ ਕਰਨ ਵਾਲੇ ਉਹ ਤਾਂ ਕਹੇ ਸੀ ਚੜ੍ਹਾ ਤਾ ਨਾ ਟਰੈਕਟਰ 'ਤੇ ਦੁਬਾਰਾ, ਪਹਿਲਾਂ ਤਾਂ ਕਾਰਾਂ ਝੱਡੀਆਂ ਵਾਲੀਆਂ ਲਈ ਫਿਰਦਾ ਸੀ, ਪਰ ਮੈਂ ਕਿਉਂ ਸੁਣਾ? ਹਾਂਜੀ, ਮੈਂ 10 ਕਿੱਲੇ ਆਪਦਾ ਗੰਨਾ ਬੀਜਤਾ। ਉਹ ਤੋਂ ਬਾਅਦ ਬਤੌਰ ਐਕਸ MLA
ਮੈਂ ਆਪ ਆਪਣੀ ਜ਼ਮੀਨ ਬਾਈ, ਆਪ ਆਪਣਾ ਗੰਨਾ ਬੀਜਿਆ, ਮੈਂ ਸੋਹਣਾ ਬਿਜ਼ਨਸ ਕੀਤਾ, ਨਾਲੇ ਤਾਂ ਗੰਨਾ ਲੈ ਕੇ ਜਾਣਾ, ਨਾਲੇ ਸਾਰੇ ਉੱਥੇ ਕਿਸਾਨਾਂ ਨੂੰ ਮਿਲਣਾ, ਠੀਕ ਹੈ ਨਾ। ਸ਼ਰਮ ਕਾਹਦੀ ਆਪਣਾ ਕੰਮ ਕਰਨ 'ਚ। ਇਸ ਕਰਕੇ ਸਾਨੂੰ ਆਪਣੀ ਮਿੱਟੀ ਨਾਲ ਜੁੜਨਾ ਚਾਹੀਦਾ। ਮਿੱਟੀ ਨਾਲ ਜੋੜਨ ਦੇ ਵਾਸਤੇ ਮਨਦੀਪ ਕੌਰ ਬਹੁਤ ਵੱਡਾ ਕੰਮ ਕਰ ਰਹੇ ਨੇ, ਇਸ ਲਈ ਇਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਦੇਣ, ਹੋਰ ਵਿਜ਼ਨ ਦੇਣ। ਔਰ ਇਹ ਸਾਡੀ ਬਹੁਤ ਮਾਣ ਕਰਨ ਵਾਲੀ ਪੰਜਾਬ ਦੀ ਧੀ ਹੈ, ਔਰ ਖਬਰ ਹੈ ਇਹਦੇ ਹੱਥੋਂ ਹੀ ਕਲਿਆਣ ਹੋਣਾ ਪੰਜਾਬ ਦਾ। ਯੂਥ ਨੇ ਇਹਨਾਂ ਦੇ ਮਿਹਣੇ ਨਾਲ ਹੀ ਮੁੜਨਾ ਹੈਗਾ, ਅਤੇ ਜੇ ਸੱਦਾ ਦੇਣਗੇ ਤਾਂ ਯੂਥ ਮੁੜੇਗਾ, ਜੇ ਯੂਥ ਮੁੜੇਗਾ ਤਾਂ ਪੰਜਾਬ ਵਸੇਗਾ, ਜੇ ਯੂਥ ਜਾਏਗਾ ਤਾਂ ਪੰਜਾਬ ਉਜੜੇਗਾ। ਇੱਥੇ ਰਹਿ ਕੀ ਗਿਆ ਪੰਜਾਬ 'ਚ? ਦੇਖੋ ਨਾ, ਜੇ ਇਫ ਯੂਰ ਨੈਕਸਟ ਜਨਰੇਸ਼ਨ ਹੈਜ਼ ਲੋਸਟ ਇੰਟਰਸਟ ਵਿਦ ਪੰਜਾਬ, ਫਿਰ ਇੱਥੇ ਕੀ ਕਰਨੇ ਨੇ ਅਸੀਂ ਹੁਣ ਸਾਨੂੰ ਨਾ ਖੇਤ ਚੰਗੇ ਲੱਗਦੇ ਨੇ, ਰੁੱਖ ਚੰਗੇ ਲੱਗਦੇ, ਨਾ ਘਰ ਚੰਗੇ ਲੱਗਦੇ ਨੇ, ਜੇ ਬੱਚੇ ਹੀ ਨਹੀਂ ਰਹੇ ਇੱਥੇ। ਘਰ ਵੀ ਬੱਚਿਆਂ ਨਾਲ ਹੀ ਨੇ ਨਾ ਜੀ, ਕੰਧਾਂ ਨਾਲ ਤਾਂ ਘਰ ਨਹੀਂ ਨਾ ਬਣਦੇ, ਘਰ ਤੇ ਜੀਆਂ ਨਾਲ ਬਣਦੇ ਨੇ। ਜੀ ਉੱਜੜ ਰਹੇ ਨੇ, ਮੈਂ ਤਾਂ ਇਹ ਕਹਿੰਦਾ ਉੱਜੜ ਰਹੇ ਨੇ, ਜੀ ਤੇ ਦੌੜ ਰਹੇ ਨੇ ਜੀ। ਮੇਰਾ ਪੋਤਾ ਛੋਟਾ 6 ਸਾਲ ਦਾ, ਮੇਰੇ ਬੇਟੇ ਦਾ ਫੋਨ ਆਇਆ, ਉਹ ਮੈਨੂੰ ਕਹਿੰਦਾ ਪਾਪਾ ਗੱਲ ਕਰੋ, ਅੰਗਦ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਮੈਂ ਕਰਾਓ। ਉਹਨੇ ਸਤਿ ਸ਼੍ਰੀ ਅਕਾਲ ਦਾਦੂ ਜੀ, ਸਤਿ ਸ਼੍ਰੀ ਅਕਾਲ, ਗੱਲਾਂ ਬਾਤਾਂ। ਮੈਂ ਕਿਹਾ ਕੀ ਗੱਲ ਅੱਜ ਤੂੰ ਇਸ ਵੇਲੇ ਗੱਲ ਕਰਾਈ ਹੈ? ਕਹਿੰਦਾ ਬਈ ਇਹਨੂੰ ਨੀਂਦ ਨਹੀਂ ਸੀ ਆ ਰਹੀ। ਮੈਂ ਕਿਹਾ ਫਿਰ? ਕਹਿੰਦਾ ਜਦ ਮੈਂ ਦੇਖਿਆ ਇਹ ਡੁਸਕੂ ਕਰ ਰਿਹਾ ਸੀ ਮਾਈ ਗ੍ਰੈਂਡਸਨ ਵਾਸ ਕਰਾਈਂਗ। ਕਹਿੰਦਾ ਮੈਂ ਇਹਨੂੰ ਪੁੱਛਿਆ ਵਾਟ ਹੈਪਨ? ਕਹਿੰਦਾ ਦਾਦੂ ਯਾਦ ਆਉਂਦੇ ਨੇ, ਮੈਂ ਦਾਦੂ ਦੇ ਢਿੱਡ 'ਤੇ ਸੌਣਾ ਹੈ ਸੀ, ਬਟ ਆਈ ਕਰਾਈਡ। ਹੁਣ ਇਹ ਗੱਲ ਸੁਣ ਕੇ ਮੈਂ ਤੜਫ ਉੱਠਿਆ ਵੀ ਮੇਰਾ ਇੱਕ ਬਲੂੰਗੜਾ ਜਿਹਾ ਉੱਥੇ ਤੜਫਦਾ, ਮੈਂ ਇੱਥੇ ਬੈਠਾ ਹੈਂ ਜੀ। ਉਹਦਾ ਕਸੂਰ ਕੋਈ ਨਹੀਂ, ਬਲੂੰਗੜੇ ਦਾ ਕੋਈ ਕਸੂਰ ਨਹੀਂ, ਮੇਰਾ ਕੋਈ ਕਸੂਰ ਨਹੀਂ। ਲੈ ਗਏ ਮੇਰੇ ਬੱਚੇ, ਕਿਉਂਕਿ ਉਹਨਾਂ ਦਾ ਇੰਟਰਸਟ ਕੈਨੇਡਾ 'ਚ ਸੀ, ਉੱਥੋਂ ਦੀ ਯੂਨੀਵਰਸਿਟੀ ਜਾ ਲਾ ਕੇ ਪੜ੍ਹਾਉਣ। ਬੱਚਾ ਦਾਦੇ ਲਈ ਤੜਫ ਰਿਹਾ, ਦਾਦਾ ਬੱਚੇ ਲਈ ਤੜਫ ਰਿਹਾ, ਕਰ ਕੁਝ ਨਹੀਂ ਸਕਦੇ, ਬੇਵੱਸ ਹੋਏ ਪਏ ਆ। ਇਹ ਘਰ ਘਰ ਦੀ ਕਹਾਣੀ ਹੈ, ਇਹ ਘਰ ਘਰ ਦੀ ਕਹਾਣੀ ਹੈ। ਤੜਫਦੇ ਬਜ਼ੁਰਗਾਂ ਨੇ ਮਰ ਜਾਣਾ ਹੈ ਜੀ, ਉੱਧਰ ਬੱਚਿਆਂ ਨੇ ਆਪਣੇ ਮਾਂ ਬਾਪ ਦੀਆਂ ਛਾਤੀਆਂ ਲਈ, ਉਹਨਾਂ 'ਤੇ ਸੌਣ ਲਈ, ਉਹ ਕਿੱਥੋਂ ਲੱਭਣੇ ਨੇ ਮੁੜ ਕੇ? ਨਾ ਉਹ ਦਿਨ ਲੱਭਣੇ ਨੇ। ਇਸ ਵਾਸਤੇ ਇਹ ਐਡੀ ਵੱਡੀ ਤਰਾਸਦੀ ਹੈ ਜਿਹਨੂੰ ਸਮਝਣ ਦੀ ਜ਼ਰੂਰਤ ਹੈ। ਇਟ ਇਜ਼ ਸੱਚ ਏ ਪੇਨ which you cannot explain even. You can only, certain pains you can only feel. ਹਰ ਪੀੜ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਹਰ ਪੀੜ ਬਿਆਨ ਨਹੀਂ ਕੀਤੀ ਜਾ ਸਕਦੀ, ਨਾ ਹਰ ਪੀੜ ਦੀ ਜ਼ੁਬਾਨ ਹੁੰਦੀ ਹੈ। ਕੁਝ ਮਹਿਸੂਸ ਕੀਤੀਆਂ ਜਾ ਸਕਦੀਆਂ ਗੱਲਾਂ। ਸੋ ਮੈਂ ਸਮਝਦਾ ਵੀ ਇਸ ਦ੍ਰਿਸ਼ਟੀ 'ਚ ਜਿਹੜਾ ਇਹ ਤਸੱਵਰ ਹੈ ਇਹ ਬਹੁਤ ਵੱਡਾ ਹੈ, ਅਤੇ ਸਾਰਾ ਪੰਜਾਬ ਇਸ ਤਰ੍ਹਾਂ ਸੋਚੇਗਾ ਤਾਂ ਫਿਰ ਅਸੀਂ ਬਚ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ। ਗੱਲਬਾਤ ਕਰ ਰਹੇ ਸੀ ਵੀਰ ਦਵਿੰਦਰ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਅੱਜ ਜਿਹੜੇ ਮਿਲੇ ਨੇ ਮਨਦੀਪ ਕੌਰ ਟਾਂਗਰਾ ਨੂੰ, ਅਤੇ IT ਕੰਪਨੀ ਜਿਹੜੀ ਰਨ ਕਰ ਰਹੇ ਨੇ ਉਹ ਦੇਖੀ ਹੈ, ਪੂਰਾ ਦਿਨ ਬਿਤਾਇਆ, ਅਤੇ ਹੋਰਾਂ ਨੂੰ ਵੀ ਸੁਨੇਹਾ ਦਿੱਤਾ ਹੈ, ਖਾਸ ਤੌਰ 'ਤੇ ਆਪਣੀ ਮਿੱਟੀ ਨਾਲ ਜੁੜਨ ਦੀ ਜਿਹੜੀ ਇੰਪੋਰਟੈਂਸ ਆ ਉਹ ਦੱਸੀ ਹੈ, ਅਤੇ ਚਿੰਤਾ ਵੀ ਜਤਾਈ ਹੈ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਦੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾਣ ਦੇ ਲਈ ਕਰੇਜ਼ੀ ਹੋ ਰਹੇ ਨੇ। ਟਾਂਗਰਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।